ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਆਪਾਂ ਕਰਦੇ ਹਾਂ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ। ਪਾਤਸ਼ਾਹ ਕਹਿੰਦੇ, ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਰਿਆਓ। ਵੈਸੇ ਸ਼ਬਦ ਹੈ ਜਿਹੜਾ ਆਮ ਪ੍ਰਚਲਿਤ ਜੋ ਵੀ ਸਿੱਖ ਮਤ ਦੇ ਅੰਦਰ ਹੈ, ਉਹ ਇਹਨੂੰ ਇਸ ਤਰੀਕੇ ਨਾਲ ਹੀ ਜ਼ਿਆਦਾ ਪੜ੍ਹਦੇ ਆ, ਕੀਤਾ ਪਸਾਓ ਏਕੋ ਕਵਾਓ। ਉਹ ਕਵਾਓ ਸ਼ਬਦ ਇਕੱਠਾ ਪੜ੍ਹਦੇ, ਜਦ ਕਿ ਪੂਰੀ ਗੁਰਬਾਣੀ ਦੇ ਅੰਦਰ ਕਿਤੇ ਵੀ ਕਵਾਓ ਸ਼ਬਦ ਇਕੱਠਾ ਨਹੀਂ ਆਉਂਦਾ। ਤੇ ਵਾਸਤਵ ਦੇ ਵਿੱਚ ਕਵਾਓ ਸ਼ਬਦ ਦਾ ਕੋਈ ਅਰਥ ਵੀ ਨਹੀਂ ਬਣਦਾ। ਤੇ ਜਿਹੜੀਆਂ ਪੁਰਾਤਨ ਬੀੜਾਂ ਸੀ ਉਹ ਲੜੀਵਾਰ ਸਨ, ਤੇ ਜਦੋਂ ਪਦ ਛੇਦ ਕੀਤਾ ਗਿਆ ਉਦੋਂ ਇਹਨਾਂ ਸ਼ਬਦਾਂ ਦਾ ਵਿੱਚ ਬਦਲਾਅ ਆਇਆ। ਅਸਲ ਵਿੱਚ ਇਹ ਸ਼ਬਦ ਬਣਦਾ ਕੀਤਾ ਪਸਾਓ ਏਕੋ ਕਵਾਓ। ਕੁਆਓ ਸ਼ਬਦ ਫਰੀਦ ਜੀ ਨੇ ਇੱਕ ਵਾਰੀ ਵਰਤੇ, ਉਹ ਕੁਆਓ ਸ਼ਬਦ ਹੈ। ਕੱਕੇ ਨੂੰ ਔਂਕੜ, ਆੜੇ ਨੂੰ ਕੰਨਾ, ਊੜੇ ਨੂੰ ਔਂਕੜ। ਇੱਥੇ ਸ਼ਬਦ ਹੈਗਾ ਕੱਕੇ ਨੂੰ ਔਂਕੜ, ਵਾਵੇ ਨੂੰ ਕੰਨਾ, ਊੜੇ ਨੂੰ ਔਂਕੜ। ਇਹਨਾਂ ਦੋਨਾਂ ਵਿੱਚ ਭੇਦ ਹੈ। ਸੋ ਜਿਵੇਂ ਜਿਵੇਂ ਆਪਾਂ ਗਾਂ ਵਿਚਾਰਾਂਗੇ ਸਮਝ ਆਵੇਗੀ। ਜਿਵੇਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਹੁਣ ਸਾਚੇ ਤੋਂ ਪਵਨਾ ਹਵਾ ਵਾਓ ਪੈਦਾ ਹੋਈ। ਪਹਿਲਾਂ ਇੱਕ ਹਵਾ ਪਵਨ ਤੋਂ ਹੀ ਸਾਰਾ, ਫਿਰ ਇਹ ਪਸਾਓ ਵਾ ਪਸਾਰਾ ਪੈਦਾ ਕੀਤਾ ਗਿਆ। ਇਹ ਕੋਕ ਵਾਓ ਇਸ ਤਰ੍ਹਾਂ ਹੈ ਜਿਵੇਂ ਇੱਕੋ ਇੱਕ ਦੋ ਸ਼ਬਦਾਂ ਦਾ ਸੰਧੀ ਹੋ ਜਾਣੀ। ਹੁਣ ਗੁਰਬਾਣੀ ਦੇ ਅੰਦਰ ਇੱਕੋ ਇੱਕ ਸ਼ਬਦ ਬਹੁਤ ਵਾਰੀ ਆਉਂਦਾ ਹੈ। ਇੱਥੇ ਗੁਰਬਾਣੀ ਜਪ ਦੇ ਅੰਦਰ ਪਾਤਸ਼ਾਹ ਨੇ ਬਹੁਤ ਵੱਡੀ ਗੱਲ ਨੂੰ ਛੋਟੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ। ਗੱਲਾਂ ਬਹੁਤ ਵੱਡੀਆਂ ਨੇ, ਪਰ ਸ਼ਬਦ ਬਹੁਤ ਸੀਮਤ ਨੇ, ਛੋਟੇ ਨੇ, ਉਹਨਾਂ ਦੇ ਵਿੱਚ ਹੀ ਸਾਰਾ ਕੁਝ ਸਮਝਾਇਆ। ਜਿਵੇਂ ਇੱਕੋ ਇੱਕ ਸ਼ਬਦ ਹੈ ਜਿਹੜਾ ਗੁਰਬਾਣੀ ਦੇ ਅੰਦਰ, ਉਹ ਇੱਕ ਵਾਸਤੇ ਹੀ ਆਉਂਦਾ, ਸਾਚੇ ਵਾਸਤੇ ਹੀ ਆਉਂਦਾ। ਜਿਵੇਂ ਪਾਤਸ਼ਾਹ ਕਹਿੰਦੇ ਇੱਕੋ ਏਕ ਏਕ ਪਛਾਨੈ। ਹੁਣ ਇੱਥੋਂ ਗੱਲ ਸਿੱਧ ਹੋ ਜਾਂਦੀ ਹੈ ਕਿ ਪਹਿਲੇ ਪਾਤਸ਼ਾਹ ਨੇ ਹੀ ਇਹ ਬਚਨ ਲਿਖੇ ਹੋਏ ਨੇ। ਉਹਨਾਂ ਦੇ ਹੋਰ ਬਚਨ ਵੀ ਸਾਡੇ ਕੋਲ ਹੈਗੇ, ਜਿਵੇਂ ਆਪਾਂ ਪਿੱਛੇ ਪੜ੍ਹਿਆ ਵੀ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਕਿ ਜਿਹੜਾ ਸੱਚ ਹੈ ਉਹ ਤੋਂ ਪਵਨਾ ਪਿਆ, ਪਵਨ ਤੋਂ ਫਿਰ ਜਲ ਹੋਇਆ, ਜਲ ਤੋਂ ਫਿਰ ਤਿੰਨ ਭਵਨ ਬਣੇ ਨੇ। ਤੇ ਘਟ ਹਰ ਇੱਕ ਦੇ ਅੰਦਰ ਘਟ ਹੈ, ਘਟ ਦੇ ਅੰਦਰ ਜੋਤ ਹੈ। ਜਿਵੇਂ ਗੁਰਬਾਣੀ ਦੇ ਅੰਦਰ ਪਸਾਓ ਸ਼ਬਦ ਵੀ ਕਾਫੀ ਵਾਰੀ ਪਾਤਸ਼ਾਹ ਨੇ ਵਰਤੇ। ਜਿਵੇਂ ਅੰਗ 14 ਉੱਪਰ ਪਾਤਸ਼ਾਹ ਕਹਿੰਦੇ ਆ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਅੰਗ 82 ਉੱਪਰ ਪਾਤਸ਼ਾਹ ਕਹਿੰਦੇ, ਪਿਤਾ ਜਾਤ ਨਾ ਹੋਈ ਹੈ, ਗੁਰ ਤੁਠਾ ਕਰੇ ਪਸਾਓ। ਅੰਗ 146 ਉੱਪਰ ਪਾਤਸ਼ਾਹ ਕਹਿੰਦੇ ਆ, ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ। ਸੋ ਇਸ ਤਰ੍ਹਾਂ ਇਹ ਸਾਰੇ ਸ਼ਬਦ ਗੁਰਬਾਣੀ 'ਚ ਆਏ ਹੋਏ ਨੇ। ਪਰ ਜਿਹੜਾ ਕਵਾਓ ਸ਼ਬਦ ਹੈ, ਜਿਵੇਂ ਜਪ ਦੇ ਵਿੱਚ ਹੀ ਆਪਾਂ ਪੜ੍ਹਦੇ ਹਾਂ, ਇਸ ਤਰੀਕੇ ਨਾਲ ਪੂਰੀ ਗੁਰਬਾਣੀ 'ਚ ਸ਼ਬਦ ਨਹੀਂ ਆਉਂਦਾ। ਪੂਰੀ ਗੁਰਬਾਣੀ ਦੇ ਅੰਦਰ ਵਾਓ ਸ਼ਬਦ ਬਹੁਤ ਵਾਰੀ ਆਉਂਦਾ। ਹੁਣ ਆਪਾਂ ਉਹਦੀ ਵਿਚਾਰ ਕਰ ਲੈਂਦੇ ਹਾਂ। ਅੰਗ 14 ਉੱਪਰ ਹੀ ਪਾਤਸ਼ਾਹ ਕਹਿੰਦੇ ਆ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਇੱਥੇ ਵਾਓ ਸ਼ਬਦ ਆ ਗਿਆ। ਇੱਥੋਂ ਸਿੱਧ ਹੁੰਦਾ ਹੈ ਕਿ ਉੱਥੇ ਵੀ ਸ਼ਬਦ ਵਾਓ ਵੱਖਰ ਹੈ, ਉੱਥੇ ਏਕੋ ਕਵਾਓ ਹੈ। ਕੀਤਾ ਪਸਾਓ ਏਕੋ ਕਵਾਓ, ਏਕੋ ਕਵਾਓ ਸ਼ਬਦ ਨਹੀਂ ਹੈ।
ਇੱਕੋ ਇੱਕ ਹੁਕਮ ਤੋਂ ਹੀ ਸਾਰੀ ਰਚਨਾ ਰਚੀ ਗਈ ਹੈ। ਜਿੰਨਾ ਵੀ ਪਸਾਰਾ ਰਚਿਆ ਗਿਆ, ਹੁਣ ਇਹ ਗੱਲ ਕਿਉਂ ਕਹੀ? ਕਿਉਂਕਿ ਉਸ ਵੇਲੇ ਜਿਹੜੀ ਸਨਾਤਨ ਮਤ ਦੀ ਫਿਲਾਸਫੀ ਸੀ, ਉਹ ਇਹ ਕਹਿੰਦੇ ਸੀ ਵੀ ਇਹ ਜਿਹੜਾ ਪਸਾਰਾ ਹੈ, ਜਿੰਨੀ ਵੀ ਸ੍ਰਿਸ਼ਟੀ ਰਚੀ ਹੈ, ਬ੍ਰਹਮਾ ਨੇ ਰਚੀ ਹੈ। ਬ੍ਰਹਮਾ ਤੋਂ ਸਾਰੀ ਉਤਪਤੀ ਹੋਈ ਹੈ। ਕੋਈ ਕਹਿੰਦਾ ਸੀ ਸ਼ਿਵ ਜੀ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਕੋਈ ਕਹਿੰਦਾ ਸੀ ਵਿਸ਼ਨ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਪਰ ਪਾਤਸ਼ਾਹ ਨੇ ਆ ਕੇ ਆਖਿਆ ਵੀ ਨਹੀਂ, ਇਹ ਜਿੰਨੀ ਵੀ ਰਚਨਾ ਰਚੀ ਗਈ ਹੈ, ਜੋ ਵੀ ਇਹ ਸ੍ਰਿਸ਼ਟੀ ਹੈ, ਖੰਡ ਬ੍ਰਹਿਮੰਡ ਹਨ, ਇਹ ਸਾਰੇ ਜਿੰਨਾ ਵੀ ਇਹ ਪਸਾਰਾ ਤੁਹਾਨੂੰ ਦ੍ਰਿਸ਼ਟਮਾਨ ਹੈ, ਇਹ ਸਿਰਫ ਉਸ ਇੱਕੋ ਇੱਕ ਹੁਕਮ ਤੋਂ ਪੈਦਾ ਹੋਇਆ। ਉਹ ਹੁਕਮ ਕਿਹਦਾ? ਉਹ ਹਾਕਮ ਦਾ। ਹੁਕਮ ਹਾਸਲ ਕਰੀ ਬੈਠਾ, ਜਿਹਨੇ ਹੁਕਮ ਨੂੰ ਹਾਸਲ ਕਰ ਲਿਆ। ਹੁਣ ਗੁਰੂ ਨਾਨਕ ਸਾਹਿਬ ਜਾਂ ਪਾਤਸ਼ਾਹੀਆਂ ਜਾਂ ਭਗਤ ਸਾਹਿਬਾਨਾਂ ਨੇ ਤਾਂ ਹੁਕਮ ਨੂੰ ਹਾਸਲ ਕੀਤਾ ਸੀ, ਤਾਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਨਾਨਕਾ ਸਭ ਬਾਓ, ਕਿ ਜਿੰਨੀਆਂ ਵੀ ਇਹ ਜੋਤਾਂ ਨੇ ਸੰਸਾਰ ਵਿੱਚ ਆਈਆਂ, ਜੋ ਵੀ ਰਚਨਾ ਹੈ, ਇਹ ਤਾਂ ਸਾਰੀ ਉਹਦੇ ਹੁਕਮ 'ਚ ਹੈ। ਅੰਗ 70 ਉੱਪਰ ਵੀ ਪਾਤਸ਼ਾਹ ਕਹਿੰਦੇ ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਹੁਣ ਇੱਥੇ ਵੀ ਵਾਓ ਹੀ ਸ਼ਬਦ ਹੈ। ਜੇ ਇਹ ਕਵਾਓ ਸ਼ਬਦ ਹੁੰਦਾ ਤਾਂ ਇੱਥੇ ਵੀ ਫਿਰ ਕਵਾਓ ਹੀ ਆਉਂਦਾ। ਇੱਥੇ ਵਾਓ ਹੀ ਸ਼ਬਦ ਆ ਰਿਹਾ, ਚਿੱਤ ਆਵੈ ਉਸ ਪਾਰ ਬ੍ਰਹਮ, ਕਿ ਜਦੋਂ ਚਿੱਤ ਦੇ ਅੰਦਰ ਜਿਹੜਾ ਸਾਡਾ ਮੂਲ ਹੈ, ਜਿਹੜਾ ਬ੍ਰਹਮ ਮਾਇਆ ਤੋਂ ਪਰੇ ਖੜਾ ਹੈ, ਉਹਦੀ ਸੋਝੀ ਜਦੋਂ ਆਉਣ ਲੱਗ ਜਾਂਦੀ ਹੈ ਤਾਂ ਲੱਗੇ ਨਾ ਤੱਤੀ ਵਾਓ। ਤੱਤੀ ਵਾਓ ਕੀ ਹੈ? ਉਹ ਭਾਣੇ ਦਾ ਵਿਰੋਧ ਨਹੀਂ ਕਰਦਾ, ਉਹ ਫਿਰ ਆਪਣੀ ਇੱਛਾ ਨਹੀਂ ਕਰਦਾ। ਆਪਣੀ ਇੱਛਾ ਹੀ ਤੱਤੀ ਹੈ, ਆਪਣੇ ਅੰਦਰ ਹੀ ਅੱਗ ਤ੍ਰਿਸ਼ਨਾ ਦੀ ਮੱਚਦੀ, ਆਪਣੇ ਅੰਦਰ ਹੀ ਮਾਇਆ ਦੀ ਭੁੱਖ ਹੈ। ਫਿਰ ਮਾਇਆ ਦੀ ਭੁੱਖ ਨਹੀਂ ਰਹਿੰਦੀ, ਫਿਰ ਹਿਵੇ ਘਰ ਬਣ ਜਾਂਦਾ, ਠੰਡਾ ਹਿਰਦਾ ਹੋ ਜਾਂਦਾ। ਫਿਰ ਕੋਈ ਵੀ ਤ੍ਰਿਸ਼ਨਾ ਦੀ ਅੱਗ ਜਾਂ ਤ੍ਰਿਸ਼ਨਾ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ। ਸੋ ਉਸ ਤੋਂ ਅੱਗੇ ਪਾਤਸ਼ਾਹ 142 ਅੰਗ ਦੇ ਉੱਪਰ ਵੀ ਕਹਿੰਦੇ ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ। ਹੁਣ ਖਾਣਾ ਹੋਵੇ ਵਾਓ, ਹੁਣ ਇਸ ਗੱਲ ਦਾ ਵੀ ਨਜਾਇਜ਼ ਫਾਇਦਾ ਉਠਾਲਿਆ ਵੀ ਬਹੁਤ ਸਾਰੇ ਐਸੇ ਜੋਗੀ ਹੋਏ ਨੇ ਜੀ ਜਿਹੜੇ ਹਵਾ ਹੀ ਖਾਂਦੇ ਸੀ, ਵੀ ਹਵਾ ਹੀ ਭੱਖਦੇ ਸੀ, ਹੋਰ ਕੋਈ ਚੀਜ਼ ਨਹੀਂ ਸੀ ਖਾਂਦੇ। ਇਹ ਨਹੀਂ ਹੋ ਸਕਦਾ, ਮਨੁੱਖਾ ਤਨ 'ਚ ਨਹੀਂ ਹੋ ਸਕਦਾ, ਈਵਨ ਕਿ ਕਿਤੇ ਵੀ ਨਹੀਂ ਹੋ ਸਕਦਾ। ਜੇ ਪੇਟ ਹੈ ਤਾਂ ਕੁਝ ਖਾਣਾ ਪਵੇਗਾ। ਖਾਣਾ ਹੋਵੇ ਵਾਓ ਦਾ ਭਾਵ ਕੀ ਹੈ? ਕਿ ਜਿਹੜੇ ਗੁਰਮੁਖ ਨੇ ਉਹਨਾਂ ਦਾ ਜਿਹੜਾ ਖਾਣਾ ਕੀ ਹੈ, ਉਹ ਸ਼ਬਦ 'ਚੋਂ ਹੀ ਪੈਦਾ ਹੁੰਦਾ ਹੈ, ਹਵਾ 'ਚੋਂ ਹੀ ਸਾਨੂੰ ਗਿਆਨ ਮਿਲਦਾ। ਉਹਨਾਂ ਦਾ ਖਾਣਾ ਹੁਕਮ ਨੂੰ ਖਾਣਾ ਹੈ, ਸ਼ਬਦ ਨੂੰ ਪ੍ਰਾਪਤ ਕਰਨਾ। ਜਿਵੇਂ ਪਾਤਸ਼ਾਹ ਕਹਿੰਦੇ ਸੱਚ ਖਾਣਾ, ਸੱਚ ਨੂੰ ਖਾਣਾ। ਸੱਚ ਕੋਈ ਵਸਤੂ ਤਾਂ ਹੈ ਨਹੀਂ ਜਿਹੜੀ ਸਾਹਮਣੇ ਪਈ ਹੈ। ਬ੍ਰਹਮ ਗਿਆਨੀ ਕੈ ਭੋਜਨ ਗਿਆਨ, ਹੁਣ ਗਿਆਨ ਹੈ ਭੋਜਨ। ਹੁਣ ਖਾਣਾ ਤਾਂ ਗਿਆਨ ਸੀ, ਪਰ ਅਸੀਂ ਕੁਝ ਹੋਰ ਕਰਨ ਲੱਗ ਗਏ। ਆਤਮਿਕ ਭੋਜਨ ਗਿਆਨ ਹੈ, ਜਿਹੜਾ ਬਾਹਰਲੇ ਸਰੀਰ ਵਾਸਤੇ ਕੋਈ ਚੀਜ਼ ਦੀ ਲੋੜ ਆ, ਬਾਹਰ ਹੈਗੀ ਪਈ ਹੈ, ਉਹ ਖਾਓ ਜਿਵੇਂ ਮਰਜ਼ੀ, ਕੋਈ ਰੋਕ ਟੋਕ ਨਹੀਂ ਹੈ। ਜਿਹੋ ਜਿਹਾ ਕਿਸੇ ਦਾ ਸਰੀਰ ਹੈ, ਉਹੋ ਜਿਹਾ ਖਾਣਾ ਖਾਵੇ। ਕੋਈ ਬਿਮਾਰ ਹੈ, ਉਹਨੂੰ ਹਲਕਾ ਖਾਣਾ ਖਾਣਾ ਚਾਹੀਦਾ। ਜਿਹੜਾ ਤੰਦਰੁਸਤ ਹੈ, ਉਹ ਵਧੀਆ ਖਾਣਾ ਖਾਂਦਾ। ਕੋਈ ਇਸ ਤਰ੍ਹਾਂ ਦਾ ਪਰਹੇਜ਼ ਨਹੀਂ ਹੈ। ਪਰ ਸਾਡੇ ਧਰਮ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ, ਫਿਰ ਸਾਡੇ ਧਰਮ ਦੇ ਵਿੱਚ ਉਹ ਗਿਰਾਵਟ ਦਾ ਕਾਰਨ ਬਣ ਜਾਂਦੀਆਂ ਨੇ। ਧਰਮ ਦੇ ਪ੍ਰਤੀ ਸਮਰਪਣ ਦਾ ਕਾਰਨ ਨਹੀਂ ਬਣਦੀਆਂ, ਸਗੋਂ ਗਿਰਾਵਟ ਦਾ ਕਾਰਨ ਬਣ ਜਾਂਦੇ। ਕਿ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਇਸ ਤਰ੍ਹਾਂ ਕੀਤੇ ਐਂ ਹੋ ਜਾਂਦਾ, ਸਹਿਮ ਪੈਦਾ ਹੋ ਜਾਂਦਾ। ਫਿਰ ਲੋਕ ਕਹਿੰਦੇ ਤਾਂ ਨਹੀਂ ਹੈ, ਪਰ ਅੰਦਰੋਂ ਅੰਦਰੀ ਸੋਚਦੇ ਰਹਿੰਦੇ ਆ। ਸੋ ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ। ਅੰਗ 151 ਉੱਪਰ ਵੀ ਪਾਤਸ਼ਾਹ ਕਹਿੰਦੇ ਨਾਨਕ ਮਨਮੁਖ ਬੋਲਣ ਵਾਓ। ਨਾਨਕ ਜੀ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖੀ ਨੇ, ਜਦੋਂ ਬੁੱਧੀ ਤੇ ਮਨ ਇਕੱਠੇ ਰਲ ਜਾਂਦੇ ਆ, ਫਿਰ ਇਹਨਾਂ ਦਾ ਬੋਲਣਾ ਕੀ ਹੁੰਦਾ? ਵਾਓ। ਇਹ ਕੀ ਬੋਲਦੇ? ਇਹਨਾਂ ਦੇ ਮੁਖੋਂ ਕਿਹੜੇ ਬੋਲ ਬੋਲੇ ਜਾਂਦੇ ਆ? ਹੁਕਮ ਕੀਏ ਮਨ ਭਾਵੰਦੇ, ਮਨ ਭਾਉਂਦੀਆਂ ਇੱਛਾਵਾਂ। ਫਿਰ ਇਹਨਾਂ ਦੇ ਮਨ ਭਾਉਂਦਾ ਵਾਓ ਚੱਲਦਾ, ਹੁਕਮ ਚੱਲਦਾ। ਪਰ ਜਿਹੜੇ ਗੁਰਮੁਖ ਨੇ, ਉਹਨਾਂ ਦੇ ਅੰਦਰ ਵਾਓ ਜਦੋਂ ਚੱਲਦੀ ਹੈ, ਉਹ ਚੱਲਦੀ ਹੈ ਵੀ ਤੇਰਾ ਭਾਣਾ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਚੱਲਦਾ ਵਾਓ ਉਹਨਾਂ ਦੇ ਅੰਦਰ ਵੀ ਹੈ, ਚੱਲਦਾ ਵਾਓ ਸਾਡੇ ਅੰਦਰ ਵੀ।
ਹੁਕਮ ਸਾਡੇ ਹਿਰਦੇ 'ਚ ਵੀ ਚੱਲਦਾ, ਹੁਕਮ ਗੁਰਮੁਖ ਦੇ ਹਿਰਦੇ 'ਚ ਵੀ ਚੱਲਦਾ। ਬਸ ਇੰਨਾ ਹੀ ਫਰਕ ਹੈ ਕਿ ਜਿਹੜਾ ਗੁਰਮੁਖ ਹੈ ਉਹਦਾ ਜਿਹੜਾ ਮਨ ਹੈ ਉਹ ਹੁਕਮ ਅਨੁਸਾਰ ਹੀ ਚੱਲਦਾ ਹੈ। ਹੇ ਮੇਰੇ ਮਨਾ ਤੂੰ ਮਾਇਆ ਦੀ ਇੱਛਾ ਕਰਕੇ ਆਪਣੇ ਅੰਦਰਲੇ ਹੁਕਮ ਦੇ ਵਿਰੋਧ ਵਿੱਚ ਖੜਾ ਹੈ। ਫਰਕ ਇੰਨਾ ਹੀ, ਹੋਰ ਕੋਈ ਖਾਸ ਫਰਕ ਨਹੀਂ ਹੈ। ਅੰਗ 463 ਉੱਪਰ ਵੀ ਪਾਤਸ਼ਾਹ ਕਹਿੰਦੇ ਤੂੰ ਜੈਣ ਹੋਈ ਸਭ ਸੈ ਦੇ ਲੈਸੈ ਜਿੰਦ ਕੋ ਬਾਓ। ਹੁਣ ਸਾਡੇ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਤਾਂ ਸ਼ਬਦ ਇਸ ਤਰ੍ਹਾਂ ਹੀ ਪੜ੍ਹਿਆ ਜਾਂਦਾ, ਤੂੰ ਜੈਣ ਹੋਈ ਸਭ ਸੈ ਦੇ ਲੈਸੈ ਜਿੰਦ ਕਵਾਓ। ਜਿੰਦ ਕੋ ਬਾਓ ਲਿਖਿਆ ਹੈ। ਇੱਕ ਹੁਕਮ ਦੇ ਨਾਲ ਹੀ ਜਿੰਦ ਚੱਲਦੀ ਹੈ। ਜਦੋਂ ਹੁਕਮ ਪਿੱਛੋਂ ਬੰਦ ਹੋ ਗਿਆ ਤੇ ਜਿੰਦ ਖਤਮ ਹੈ। ਜਿਵੇਂ ਅਸੀਂ ਕਹਿੰਦੇ ਆ ਵੀ ਸਵਾਸਾਂ ਨਾਲ ਜਿੰਦ ਸਰੀਰ ਚੱਲਦਾ, ਸਰੀਰ ਸਵਾਸਾਂ ਨਾਲ ਨਹੀਂ ਚੱਲਦਾ ਹੈ। ਇਹ ਪ੍ਰਚਲਿਤ ਵਿਚਾਰਧਾਰਾ ਹੋ ਗਈ ਵੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਜੀ, ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਬੰਦਾ ਖਤਮ। ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਰੱਬ ਭਾਵੈ ਬਿਨ ਸਾਸ ਤੇ ਰੱਖੈ। ਫਿਰ ਜਦੋਂ ਮਾਤਾ ਦੇ ਗਰਭ 'ਚ ਜੀਵ ਸਰੀਰ ਬਣਾਉਂਦਾ ਉਦੋਂ ਤਾਂ ਸਰੀਰ ਦੇ ਕੋਲ ਸਵਾਸ ਹੀ ਨਹੀਂ ਹੁੰਦਾ, ਸਾਹ ਲੈ ਹੀ ਨਹੀਂ ਸਕਦਾ। ਉੱਥੋਂ ਦੀ ਗੱਲ ਹੈ, ਬਾਹਰ ਨਹੀਂ ਇਸ ਤਰ੍ਹਾਂ ਹੋ ਸਕਦਾ। ਮਾਤਾ ਦੇ ਗਰਭ ਦੇ ਅੰਦਰ ਸਾਹ ਨਹੀਂ ਆਉਂਦਾ, ਉੱਥੇ ਫਿਰ ਕਿਵੇਂ ਰਹਿੰਦਾ? ਪਰ ਉੱਥੇ ਹੁਕਮ ਹੁੰਦਾ ਹੈ, ਹੁਕਮ ਕਰਕੇ ਸਾਰਾ ਕੁਝ ਚੱਲਦਾ ਹੈ। ਜਦੋਂ ਉਹ ਪਿੱਛੋਂ ਆਪਣਾ ਹੁਕਮ ਖਿੱਚ ਲੈਂਦਾ ਉਦੋਂ ਸਰਿਆਸ ਵੀ ਬੰਦ, ਫਿਰ ਸਭ ਕੁਝ ਹੀ ਬੰਦ ਹੋ ਜਾਂਦਾ। ਫਿਰ ਕੋਈ ਵੀ ਇੰਦਰਾ ਨਹੀਂ ਚੱਲਦਾ ਸਰੀਰ ਦਾ। ਇਹ ਜਿਹੜੀ ਜਿੰਦ ਹੈ ਇਹ ਉਹਦੇ ਹੁਕਮ ਦੇ ਅਨੁਸਾਰ ਚੱਲਦੀ ਹੈ। ਆਹ ਸਾਡਾ ਸਰੀਰ ਹੁਕਮ ਅਨੁਸਾਰ ਹੀ ਹੈ, ਸਵਾਸਾਂ ਦੇ ਆਧਾਰ 'ਤੇ ਨਹੀਂ ਹੈ। ਜੇ ਸਵਾਸਾਂ ਦੇ ਆਧਾਰ 'ਤੇ ਹੁੰਦਾ ਤਾਂ ਫਿਰ ਲੋਕ ਤਾਂ ਆਕਸੀਜਨ ਲਾ ਕੇ ਵੀ ਜਿਉਂਦੇ ਰਹਿ ਜਾਂਦੇ। ਬਹੁਤ ਬੰਦਿਆਂ ਦੇ ਆਕਸੀਜਨਾਂ ਲੱਗੀਆਂ ਹੁੰਦੀਆਂ ਨੇ, ਫਿਰ ਸਰੀਰ ਛੱਡ ਦਿੰਦੇ। ਫਿਰ ਸਵਾਸ ਤਾਂ ਉਹਨਾਂ ਨੂੰ ਆਉਂਦਾ ਹੀ ਹੁੰਦਾ, ਆਕਸੀਜਨ ਤਾਂ ਜਾਂਦੀ ਹੈ। ਫਿਰ ਸਵਾਸ ਕਿਵੇਂ ਰੁਕ ਗਿਆ? ਹੁਕਮ ਦੀ ਖੇਡ ਹੈ। ਵਰਤੇ ਸਭ ਕੁਛ ਤੇਰਾ ਭਾਣਾ, ਉਹਦੇ ਭਾਣੇ 'ਚ ਵਰਤ ਰਿਹਾ ਸਾਰਾ ਕੁਛ। ਪਰਮੇਸ਼ਰ ਦੇ ਹੁਕਮ ਨਾਲ ਸਾਰਾ ਕੁਛ ਹੈ। ਜਿੰਨਾ ਚਿਰ ਉਹ ਚਾਹੁੰਦਾ ਉਨਾ ਚਿਰ ਇਹ ਸਰੀਰ ਰਹੂਗਾ ਇੱਥੇ। ਨਾ ਕੋਈ ਸਰੀਰ ਆਪਣੀ ਮਰਜ਼ੀ ਨਾਲ ਤਿਆਗ ਸਕਦਾ, ਨਾ ਕੋਈ ਆਪਣੀ ਮਰਜ਼ੀ ਨਾਲ ਪ੍ਰਾਪਤ ਕਰ ਸਕਦਾ। ਇਹ ਤਾਂ ਇੱਕ ਮਨਮੱਤ ਦੀਆਂ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ। ਪਾਤਸ਼ਾਹੀਆਂ ਨੇ ਤਾਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ, ਭਗਤ ਸਾਹਿਬਾਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ, ਨਹੀਂ ਤਾਂ ਉਹ ਵੀ ਰਹਿ ਸਕਦੇ ਸੀ। ਜੋਗੀਆਂ ਨੇ ਬਹੁਤ ਜ਼ੋਰ ਲਾਇਆ ਵੀ ਸਵਾਸ ਖਿੱਚ ਕੇ ਰੱਖੋ ਜੀ, ਸਵਾ ਆਊਗਾ ਹੀ ਨਹੀਂ, ਸਰੀਰ ਜਿਉਂਦਾ ਰਹੂਗਾ। ਪਾਤਸ਼ਾਹ ਕਹਿੰਦੇ ਇਹ ਤਨ ਜਾਏਗੋ ਕਬ ਨੇ ਮਾਰਗ ਲਾਏ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਰੀਰ ਛੱਡਣਾ ਹੀ ਪੈਣਾ। ਇਹ ਤੁਹਾਡੇ ਹੱਥ ਨਹੀਂ ਹੈ। ਸਾਡੇ ਹੱਥ ਬਸ ਸਿਰਫ ਇੱਕੋ ਹੀ ਕੰਮ ਹੈ ਕਿ ਅਸੀਂ ਆਪਣੇ ਮਨ ਨੂੰ ਮਾਇਆ ਚੋਂ ਬਾਹਰ ਲਿਜਾਣ ਦਾ ਸੁਗਿਆਨ ਪ੍ਰਾਪਤ ਕਰਨਾ। ਹੋਰ ਸਾਡੇ ਹੱਥ 'ਚ ਕੁਛ ਨਹੀਂ ਹੈ। ਇਹ ਕੰਮ ਸਾਡਾ ਆਪਣਾ ਹੈ ਕਿ ਅਸੀਂ ਆਪਣੇ ਮਨ ਨੂੰ ਮਾਇਆ ਤੋਂ ਬਾਹਰ ਲਿਜਾਣ ਲਈ ਗਿਆਨ ਪ੍ਰਾਪਤ ਕਰਕੇ ਉਸ ਗਿਆਨ ਦੇ ਅਨੁਸਾਰ ਚੱਲੀਏ। ਇੰਨਾ ਕੰਮ ਸਾਡਾ। ਬਾਕੀ ਸਾਰਾ ਕੰਮ ਪਰਮੇਸ਼ਰ ਦਾ। ਬਾਹਰਲੇ ਸਰੀਰ ਨੂੰ ਰੋਟੀ ਪਾਣੀ ਕੱਪੜਾ ਲੀੜਾ ਜੋ ਵੀ ਕੁਛ ਦੇਣਾ ਉਹਨੇ ਦੇਣਾ ਹੈ। ਉਹ ਸਾਨੂੰ ਸਮੇਂ ਨਾਲ ਸਾਰਾ ਕੁਛ ਮਿਲਦਾ ਹੈ। ਉਹਦੇ ਲਈ ਸਾਡੇ ਕੋਲ ਇੱਥੇ ਸਾਰੇ ਸਾਧਨ ਵੀ ਨੇ। ਉਹ ਲਵੋ, ਵਰਤੋ, ਉਹਨਾਂ ਨਾਲ ਜੁੜੋ ਨਾ। ਬਸ ਜੁੜਨਾ ਅਸੀਂ ਇਸ ਕੰਮ ਨਾਲ ਸੀ ਕਿ ਸਾਡਾ ਮਨ ਮਾਇਆ ਚੋਂ ਬਾਹਰ ਨਿਕਲ ਆਵੇ, ਉਹ ਅਸੀਂ ਗਿਆਨ ਪ੍ਰਾਪਤ ਕਰੀਏ ਤੇ ਸਾਡਾ ਜਿਹੜਾ ਮਨ ਹੈ ਉਹ ਆਪਣੇ ਮੂਲ ਨਾਲ ਜੁੜ ਜਾਵੇ। ਇੰਨਾ ਹੀ ਕੰਮ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਤਾਂ ਹੀ ਪਾਤਸ਼ਾਹ ਨੇ ਕਿਹਾ ਵੀ ਇਹ ਤੁਹਾਡਾ ਆਪਣਾ ਕਾਰਜ ਹੈ ਭਾਈ, ਇਹ ਤੁਸੀਂ ਆਪਣਾ ਆਪ ਸਵਾਰਿਓ। ਬਾਕੀ ਚੀਜ਼ ਦੀ ਕੋਈ ਫਿਕਰ ਨਾ ਕਰਿਓ। ਬਾਕੀ ਜ਼ਿੰਮੇਵਾਰੀ ਮੇਰੀ ਹੈ, ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰੂੰਗਾ, ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਇਓ। ਪਰ ਹੇ ਮੇਰੇ ਮਨਾ ਤੈਂ ਉਲਟ ਕਰ ਲਿਆ ਗੱਲ। ਜਿਹੜੀ ਤਾਂ ਜ਼ਿੰਮੇਵਾਰੀ ਪਰਮੇਸ਼ਰ ਨੇ ਨਿਭਾਉਣੀ ਸੀ ਉਹ ਤੂੰ ਹੱਥ 'ਚ ਪਾ ਲਿਆ, ਤੇ ਜਿਹੜੀ ਤੇਰੀ ਆਪਣੀ ਜ਼ਿੰਮੇਵਾਰੀ ਸੀ ਉਹ ਪਰਮੇਸ਼ਰ ਤੇ ਛੱਡਤੀ। ਪਰਮੇਸ਼ਰ ਨਾ ਆਪਣੇ ਵਾਅਦੇ ਤੋਂ ਮੁੱਕਰਦਾ ਨਹੀਂ ਹੈ। ਪਰਮੇਸ਼ਰ ਕਹਿੰਦਾ ਵੀ ਇਹ ਤੇਰਾ ਕੰਮ ਹੈ, ਮੈਂ ਨਹੀਂ ਕਰਨਾ। ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹਦਾ, ਉਹਦਾ ਸਕੂਲ ਦਾ ਕੰਮ ਉਹਦੇ ਮਾਤਾ ਪਿਤਾ ਹੀ ਕਰੀ ਜਾਣ ਤੇ ਬੱਚਾ ਕਰੇ ਹੀ ਨਾ। ਬੱਚਾ ਘਰ ਦੇ ਕੰਮ ਕਰੀ ਚੱਲੇ, ਮਾਂ ਉਹਦੇ ਸਕੂਲ ਦਾ ਕੰਮ ਕਰੀ ਚੱਲੇ, ਇਸ ਤੇ ਗੱਲ ਨਹੀਂ ਬਣਨੀ। ਪਰ ਸਿਆਣੇ ਮਾਂ ਬਾਪ ਆਖਣ ਵੀ ਤੈਨੂੰ ਦੱਸ ਦਿੰਦੇ ਕਰ ਤੂੰ ਆ, ਤੂੰ ਬਾਹਰਲਾ ਫਿਕਰ ਨਾ ਕਰ, ਤੈਨੂੰ ਰੋਟੀ ਵੀ ਮਿਲੂ, ਕੱਪੜਾ ਲੀੜਾ ਵੀ ਮਿਲੂ, ਪਰ ਤੂੰ ਪੜ੍ਹਾਈ ਕਰ, ਜਿਹੜਾ ਤੇਰਾ ਕੰਮ ਹੈ।
ਪਰ ਸਾਨੂੰ ਧਰਮ ਦੇ ਖੇਤਰ 'ਚ ਇਹ ਗੱਲ ਨਹੀਂ ਆਖੀ ਜਾਂਦੀ। ਸਗੋਂ ਧਰਮ ਦੇ ਖੇਤਰ 'ਚ ਸਗੋਂ ਲਾਲਚ ਦਿੱਤਾ ਜਾਂਦਾ ਹੈ ਵੀ ਅਸੀਂ ਤੁਹਾਨੂੰ ਦਰਗਾਹ 'ਚ ਸਾਂਭਾਂਗੇ, ਪਰ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਹੈਗਾ। ਇੱਕ ਵੀ ਪੰਗਤੀ ਕੋਈ ਸਿੱਧ ਕਰ ਦੇਵੇ। ਕਈ ਵਚਨ ਆਉਂਦੇ ਆ, ਓਏ ਜਵੰਦੇ ਵਿਛੜੈ ਮੋਇਆ ਨਾ ਜਾਈ ਛੋੜ, ਵੀ ਜਿਹੜੇ ਉਹ ਸੰਤ ਨੇ ਉਹ ਗੱਲ ਜਿਉਂਦਿਆਂ ਦੀ। ਸੰਤ ਦਾ ਸਾਡਾ ਆਪਣਾ ਮੂਲ ਹੈ। ਜਦੋਂ ਇਹ ਜਿਉਂਦਾ ਹੋ ਜਾਣਾ ਨੇ ਜਾਗ ਜਾਣਾ, ਇਹਨੇ ਫਿਰ ਵਿਛੜਨਾ ਹੀ ਨਹੀਂ। ਫਿਰ ਤਾਂ ਆਪ ਹੀ ਹੁਕਮ ਦੇ ਵਿੱਚ ਹੈ। ਇਹ ਤੇ ਦੂਜੇ ਦੀ ਗੱਲ ਨਹੀਂ, ਕਿਸੇ ਦੀ। ਜਦੋਂ ਗੁਰਬਾਣੀ ਨੇ ਬਚਨ ਕਹਿ ਤਾ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼, ਕਹਿੰਦੇ ਕਿਹਦੇ ਅੱਗੇ ਰੋਵੋਗੇ? ਪਰਮਾਰਥ ਦੇ ਅੰਦਰ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਸਿਰਫ ਤੁਹਾਨੂੰ ਸਮਝਾ ਸਕਦਾ ਹੈ। ਸਮਝਣਾ ਨਾ ਸਮਝਣਾ ਹੈ ਮੇਰੇ ਮਨਾ ਤੇਰੀ ਮਰਜ਼ੀ ਹੈ। ਉਹ ਗੱਲ ਤੇਰੇ ਤੇ ਹੀ ਆਉਣੀ ਹੈ ਮੁੜ ਮੁੜ ਕੇ। ਕੋਈ ਆਪਣੇ ਵੱਲੋਂ ਆਰਡੀਨਰੀ ਤੇਰੇ ਤੇ ਕਿਰਪਾ ਕਰਕੇ ਨਹੀਂ ਕੁਝ ਵੀ ਕਰ ਸਕਦਾ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਐਂ ਕੁਝ ਹੁੰਦਾ ਫਿਰ ਤਾਂ ਕਬੀਰ ਸਾਹਿਬ ਵੀ ਸਾਰੀ ਦੁਨੀਆ ਨੂੰ ਤਾਰ ਦਿੰਦੇ, ਜਾਂ ਗੁਰੂ ਨਾਨਕ ਸਾਹਿਬ ਵੀ ਸਾਰਿਆਂ ਨੂੰ ਤਾਰ ਦਿੰਦੇ। ਨਹੀਂ ਕੋਈ ਤਰਦਾ। ਉਹ ਸਾਡੀ ਇੱਕ ਸੰਸਾਰੀ ਭਾਵਨਾਵਾਂ ਦੀਆਂ ਗੱਲਾਂ ਜ਼ਰੂਰ ਬਣ ਜਾਂਦੀਆਂ ਨੇ, ਪਰ ਸੱਚੇ ਦੀ ਦਰਗਾਹ 'ਚ ਪ੍ਰਵਾਨਿਤ ਨਹੀਂ ਹੁੰਦੀਆਂ। ਪਾਤਸ਼ਾਹ ਕਹਿੰਦੇ ਤੂੰ ਜੈਨ ਹੋਈ ਸਭ ਸੈ। ਦੇਖੋ ਕੀ ਕਹਿੰਦੇ, ਤੂੰ ਜੈਨ ਹੋਈ, ਕਹਿੰਦੇ ਤੂੰ ਸਾਰਾ ਕੁਛ ਜਾਣਦਾ ਹੈ। ਸਾਨੂੰ ਆਰਡਰ ਆਇਆ, ਪਰ ਜਦੋਂ ਅਸੀਂ ਇਹਨੂੰ ਗੁਰਬਾਣੀ ਨੂੰ ਆਪਣੇ ਵੱਲੋਂ ਲਿਖ ਕੇ ਮੰਨ ਲੈਣਾ, ਅਸੀਂ ਪਰਮੇਸ਼ਰ ਨੂੰ ਕਹਿੰਦੇ ਵੀ ਤੂੰ ਸਾਰਾ ਕੁਛ ਹੀ ਜਾਣਦਾ। ਪਰਮੇਸ਼ਰ ਤਾਂ ਜਾਣਦਾ ਹੀ ਜਾਣਦਾ, ਪਰ ਸਾਨੂੰ ਆਰਡਰ ਆਇਆ ਹੈ। ਜੇ ਫਿਰ ਜੇ ਉਹਨੇ ਇੱਥੇ ਪਰਮੇਸ਼ਰ ਸਭ ਕੁਝ ਜਾਣਦਾ, ਫਿਰ ਇੱਧਰ ਪਾਸੇ ਵੀ ਕੀ ਕਹੋਗੇ? ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕੀ ਫਿਰ ਇਹ ਪਰਮੇਸ਼ਰ ਦੀ ਗੱਲ ਕਹੀ ਗਈ ਹੈ? ਵੀ ਪਰਮੇਸ਼ਰ ਨੂੰ ਕਿਹਾ ਵੀ ਤੇਰਾ ਤਾਂ ਮਨ ਸਾਰਾ ਕੁਝ ਜਾਣਦਾ ਹੀ ਹੈ, ਤੇ ਜਾਣਤ ਤੂੰ ਔਗਣ ਕਰਦਾ। ਫਿਰ ਅਸੀਂ ਕੀ ਕਰਦੇ ਹਾਂ? ਅੱਧੀਆਂ ਕੁ ਪੰਕਤੀਆਂ ਚੱਕ ਕੇ ਪਰਮੇਸ਼ਰ ਨਾਲ ਜੋੜ ਲੈਂਦੇ ਹਾਂ, ਅੱਧੀਆਂ ਕੁ ਪੰਕਤੀਆਂ ਆਪਣੇ ਨਾਲ ਜੋੜ ਲੈਂਦੇ ਹਾਂ। ਆਈ ਨਹੀਂ ਹੁੰਦਾ ਹੈ। ਪਰਮਾਰਥ ਦੇ ਵਿੱਚ ਇੱਕੋ ਹੀ ਰਸਤਾ ਹੈ, ਇੱਕੋ ਹੀ ਮੰਜ਼ਿਲ ਹੈ, ਇੱਕੋ ਹੀ ਰਸਤਾ ਹੈ। ਨਾ ਦੂਜੀ ਕੋਈ ਮੰਜ਼ਿਲ ਹੈ, ਨਾ ਕੋਈ ਦੂਜਾ ਰਸਤਾ ਹੈ। ਇਹ ਸਾਰਾ ਉਪਦੇਸ਼ ਸਾਨੂੰ ਆਇਆ ਹੋਇਆ ਹੈ। ਦੋ ਚੀਜ਼ਾਂ ਨੂੰ ਸਾਡੇ ਉਪਦੇਸ਼, ਇੱਕ ਸਾਡਾ ਜਿਹੜਾ ਮੂਲ ਹੈ, ਜਦੋਂ ਬਾਣੀ ਆਉਂਦੀ ਹੈ ਸਾਡੇ ਮੂਲ ਕੋਲ ਆਉਂਦੀ ਹੈ। ਜਿਨ੍ਹਾਂ ਨੇ ਪਾਤਸ਼ਾਹੀਆਂ ਦੇ ਹਿਰਦੇ 'ਚ ਬਾਣੀ ਪ੍ਰਗਟ ਹੋਈ, ਉਹਨਾਂ ਦੇ ਮੂਲ ਨੂੰ ਬਾਣੀ ਸੁਣੀ, ਉਹਨਾਂ ਨੇ ਬਾਣੀ ਸੁਣ ਕੇ ਫਿਰ ਗੁਰਬਾਣੀ ਬਣਾ ਕੇ ਆਪਣੇ ਮਨ ਨੂੰ ਉਪਦੇਸ਼ ਦਿੱਤਾ। ਤੇ ਹੁਣ ਇਹ ਸਾਡੇ ਕੋਲ ਵੀ ਇਸੇ ਤਰੀਕੇ ਨਾਲ ਪੇਸ਼ ਹੈ। ਸਾਡੇ ਕੋਲ ਲਿਖਤ ਹੈ। ਅਸੀਂ ਇਹ ਤੋਂ ਪਹਿਲਾਂ ਮਨ ਨੂੰ ਸਮਝਾਉਣਾ। ਉਹਨਾਂ ਨੇ ਤਾਂ ਆਪਣਾ ਮਨ ਪਹਿਲਾਂ ਹੀ ਸਮਝਾਇਆ ਹੈ, ਹੁਣ ਸਾਨੂੰ ਸਮਝਾਉਣਾ ਪੈਣਾ ਮਨ ਨੂੰ। ਪਹਿਲਾਂ ਮਨ ਨੂੰ ਉਪਦੇਸ਼ ਹੈ। ਜਿਵੇਂ ਜਿਵੇਂ ਮਨ ਮਾਇਆ 'ਚੋਂ ਪਿੱਛੇ ਹਟਦਾ ਚਲੇ ਜਾਣਾ, ਪਿੱਛੇ ਹਟਦਾ ਚਲੇ ਜਾਣਾ, ਨੇ ਆਪਣੇ ਮੂਲ 'ਚ ਸਮਾ ਜਾਣਾ ਤੇ ਇੱਕ ਹੋ ਜਾਣਾ। ਇੱਕ ਹੋਏ, ਜਦੋਂ ਇੱਕ ਹੋ ਜਾਂਦਾ, ਜਦੋਂ ਇੱਕ ਹੋਇਆ, ਇੱਕ ਹੋਏ ਤਾਂ ਉਗਵੈ, ਫਿਰ ਇਹਦੇ ਅੰਦਰੋਂ ਬਾਣੀ ਪ੍ਰਗਟ ਹੋ ਜਾਣੀ ਹੈ। ਰੁੱਤੀ ਹੋ ਰੁੱਤ ਹੋਏ, ਪਰ ਕਹਿੰਦੇ ਰੁੱਤ ਵੀ ਹੋਣੀ ਚਾਹੀਦੀ ਹੈ। ਰੁੱਤ ਤੋਂ ਬਿਨਾਂ ਨਹੀਂ ਹੋਇਆ ਜਾਂਦਾ ਹੈ। ਹੁਣ ਸਮਾਂ ਵੀ ਹੈ, ਸਾਡੇ ਕੋਲ ਸਮਾਂ ਹੈ। ਆ ਮਨੁੱਖਾ ਤਨ ਦੇ ਅੰਦਰ ਰੁੱਤ ਹੈਗੀ ਹੈ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਬੱਤ ਹੈ, ਸਮਾਂ ਹੈ, ਨਾਮ ਬੀਜਣਾ। ਨਾਮ ਬੀਜ ਸੰਤੋਖ ਸੁਹਾਗਾ, ਨਾਲ ਕਹਿੰਦੇ ਸੰਤੋਖ ਵੀ ਰੱਖਣਾ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਫਿਰ ਵੇਸ ਹੈ ਜਿਹੜਾ ਉਹ ਗਰੀਬੀ ਵਾਲਾ ਵੀ ਹੋਣਾ ਚਾਹੀਦਾ। ਹੁਣ ਗਰੀਬੀ ਕੀ ਹੁੰਦੀ ਹੈ? ਕਿ ਹਰ ਵੇਲੇ ਭੁੱਖ ਵੀ ਹੋਣੀ ਚਾਹੀਦੀ ਹੈ ਵੀ ਇਹ ਨਾਮ ਉੱਗੇ। ਜੇ ਬੀਜ ਉੱਗੇ, ਇਹਨੂੰ ਉਗਣ ਵਾਸਤੇ ਵੀ ਇਹਦੇ 'ਚ ਧਿਆਨ ਰੱਖਣਾ ਪੈਂਦਾ। ਆਲੇ ਦੁਆਲੇ ਨਦੀਨ ਵੀ ਪੈਦਾ ਹੋਣਗੇ, ਉਹ ਨਦੀਨਾਂ ਨੂੰ ਵੀ ਖਤਮ ਕਰਨਾ, ਗੋਡੀ ਵੀ ਕਰਨੀ ਹੈ, ਸਾਰਾ ਕੁਝ ਸਹੀ ਤਰੀਕੇ ਨਾਲ ਕਰਨਾ ਤਾਂ ਕਿ ਬੂਟਾ ਧਰਤੀ ਤੋਂ ਬਾਹਰ ਆ ਜਾਵੇ। ਫਿਰ ਜਾ ਕੇ ਕਿਤੇ ਗੱਲ ਬਣਦੀ ਹੈ। ਤੂੰ ਜੈਨ ਹੋਈ ਸਭ ਸੈ ਤੇ ਲੈਸੈ ਜਿੰਦ ਵਾਹ।
ਕਹਿੰਦੇ ਤੂੰ ਸਭ ਕੁਝ ਜਾਣਦਾ ਹੈ, ਤੈਨੂੰ ਪਤਾ ਹੀ ਹੈ, ਸਭ ਸਾਰੇ ਹੀ ਸਭ ਨੂੰ ਹੀ ਪਤਾ ਹੈ ਕਿ ਦੇਹ ਲੈਸਾ ਹੈ। ਜਿਹੜਾ ਦਿੰਦਾ ਹੈ, ਸਾਡੇ ਮੂਲ ਨਹੀਂ ਸਾਨੂੰ ਆਹ ਦੇਹੀ ਦਿੱਤੀ ਹੈ, ਉਹ ਲੈ ਵੀ ਲੈਂਦਾ ਹੈ। ਜਿਹਨੇ ਦੇਹੀ ਦਿੱਤੀ ਹੈ ਉਹ ਦੇਹੀ ਵਾਪਸ ਵੀ ਲੈ ਜਾਂਦਾ ਹੈ। ਉਹ ਕੀ ਹੈ? ਉਹ ਹੁਕਮ ਹੈ। ਉਹ ਸਾਡੇ ਮੂਲ ਦਾ ਹੁਕਮ ਹੈ। ਸਾਡੇ ਮੂਲ ਦੀ ਮਰਜ਼ੀ ਹੈ, ਜਦੋਂ ਮਰਜ਼ੀ ਉੱਠ ਕੇ ਤੁਰ ਜਾਵੇ। ਜਦੋਂ ਉੱਠ ਕੇ ਤੁਰ ਗਿਆ ਤੇ ਮੰਦਰ ਸੁੰਨਾ, ਜਦੋਂ ਪੁਜਾਰੀ ਉੱਠ ਕੇ ਤੁਰ ਗਿਆ ਤੇ ਮੰਦਰ ਖਾਲੀ। ਮਨ ਮੰਦਰ ਹੈ, ਮਨ ਦੇ ਮੰਦਰ ਦੇ ਅੰਦਰ ਬੈਠਾ ਪੁਜਾਰੀ ਹੈ, ਜਿਹੜਾ ਸਾਡਾ ਮੂਲ ਹੈ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਉਹਦੇ ਅੰਦਰ ਹੈ। ਉੱਠ ਕੇ ਤੁਰ ਜਾਂਦਾ, ਸਰੀਰ ਢੇਰੀ ਹੋ ਜਾਂਦਾ ਹੈ। ਸੋ ਭੈ ਅੰਗ 464 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਭੈ ਵਿੱਚ ਪਵਨ ਬਹਿ ਸਦਭਾਉ, ਕਿ ਉਹਦੀ ਭੈ ਵਿੱਚ ਹੈ। ਹੁਣ ਇੱਥੇ ਪਵਨ ਕੀ ਹੈ? ਇੱਥੇ ਪਵਨ ਆਣੇ ਨੂੰ ਔਂਕੜ ਹੈ, ਇੱਥੇ ਮਨ ਹੈ, ਗੁਰਮੁਖ ਦਾ ਮਨ ਹੈ ਜਿਹੜਾ ਉਹ ਹੁਕਮ ਚੱਲਦਾ। ਪਵਨ ਹੁੰਦਾ ਮਨ, ਵਾਓ ਹੁੰਦਾ ਹੁਕਮ। ਅਸਲ ਵਿੱਚ ਸ਼ਬਦ ਵਾਓ ਹੈ, ਕਵਾਓ ਨਹੀਂ ਹੈ। ਪਰ ਹੁਣ ਪ੍ਰਚਲਿਤ ਹੋ ਗਿਆ, ਗੁਰਬਾਣੀ ਵਿਚਾਰ ਕੇ ਪਤਾ ਚੱਲਦਾ ਕਿ ਕਵਾਓ ਕੋਈ ਸ਼ਬਦ ਨਹੀਂ। ਗੁਰਬਾਣੀ 'ਚ ਜਿਵੇਂ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਸਾਚੇ ਤੇ ਪਵਨ ਭਾਵ ਕੇ ਹਵਾ ਵਾਓ ਪੈਦਾ ਹੋਈ ਹੈ। ਪਹਿਲਾਂ ਇੱਕ ਹਵਾ ਤੋਂ ਹੀ ਪਸਾਰਾ ਹੋਇਆ। ਪਹਿਲਾਂ ਸਾਚੇ, ਜਿਹੜਾ ਸੱਚ ਹੈ ਉਹ ਹੁਕਮ ਹੈ। ਸਾਚੇ ਤੋਂ ਪਵਨਾ ਮਾਇਆ ਦੀ ਰਚਨਾ ਸ਼ੁਰੂ ਹੋਈ ਆ, ਹਵਾ ਪੈਦਾ ਹੋਈ ਆ। ਹਵਾ ਦੇ ਵਿੱਚ ਸਾਰਾ ਕੁਝ ਸ਼ਬਦ ਆਇਆ। ਸਾਚੇ ਨੇ ਆਪਣੇ ਅੰਦਰੋਂ ਪੈਦਾ ਕੀਤਾ ਸਾਰਾ ਕੁਝ। ਇਹ ਜਿੰਨਾ ਪਸਾਰਾ ਸਾਚੇ ਦੀ ਦੇਹੀ ਹੈ, ਉਹਦੇ ਅੰਦਰੋਂ ਹੀ ਪੈਦਾ ਹੋਇਆ। ਪਹਿਲਾਂ ਇੱਕ ਹਵਾ ਤੋਂ ਹੀ ਪਸਾਰਾ ਹੋਇਆ। ਇੱਕੋ ਕਵਾਓ ਤੋਂ ਭਾਵ ਹੈ ਇੱਕੋ ਇੱਕ, ਦੋ ਸ਼ਬਦਾਂ ਦਾ ਜੋੜ ਹੈ। ਜਪ ਵਿੱਚ ਹੀ ਸਾਰੀ ਗੁਰਬਾਣੀ ਦੀ ਗੱਲ ਥੋੜ੍ਹੇ ਸ਼ਬਦਾਂ ਵਿੱਚ ਸਮਝਾਈ ਗਈ ਹੈ। ਇੱਕ ਇੱਕ ਸ਼ਬਦ 'ਚ ਪਤਾ ਨਹੀਂ ਕੀ ਰਾਜ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ, ਪਰ ਸਾਡੇ ਕੋਲ ਇਹਨੂੰ ਸਮਝਣ ਦਾ ਤਾਂ ਸਮਾਂ ਹੀ ਨਹੀਂ। ਅਸੀਂ ਤਾਂ ਸਿਰਫ ਪੜ੍ਹਨ ਤੱਕ ਸੀਮਤ ਹਾਂ। ਪਰ ਜਦੋਂ ਅਸੀਂ ਇਹਨੂੰ ਸਮਝਣਾ ਸ਼ੁਰੂ ਕਰਦੇ ਹਾਂ, ਫਿਰ ਇੱਕ ਇੱਕ ਸ਼ਬਦ 'ਚੋਂ ਇੰਨੀ ਸੋਝੀ ਆਉਂਦੀ ਹੈ ਵੀ ਉਹ ਇੱਥੇ ਤਾਂ ਆਹ ਗੱਲ ਕਹਿੰਦੇ ਸੀ, ਇੱਥੇ ਤਾਂ ਆਹ ਗੱਲ। 15 ਭਗਤ ਸਾਹਿਬਾਨਾਂ ਦੀ ਸਾਰੀ ਗੁਰਬਾਣੀ ਜਿੰਨੀ ਵੀ ਉਹਨਾਂ ਨੇ ਪਹਿਲਾਂ ਲਿਖੀ ਹੈ, ਉਹ ਸਾਰੀ ਗੁਰਬਾਣੀ ਗੁਰੂ ਨਾਨਕ ਸਾਹਿਬ ਨੇ ਜਪ ਦੇ ਅੰਦਰ ਲਿਖਤੀ। ਜਪ ਤੋਂ ਬਾਅਦ ਜਿਹੜੀ 9 ਪਾਤਸ਼ਾਹੀਆਂ ਤੱਕ ਗੁਰਬਾਣੀ ਲਿਖੀ ਗਈ, ਉਹ ਸਾਰੀ ਦਾ 9ਵੇਂ ਪਾਤਸ਼ਾਹ ਨੇ ਆਪਣੇ ਸਲੋਕਾਂ ਦੇ ਅੰਦਰ ਸਾਰਾ ਕੁਝ ਵਿਖਿਆਨ, ਬਹੁਤੇ ਸ਼ਬਦਾਂ ਨੂੰ ਥੋੜ੍ਹੇ ਸ਼ਬਦਾਂ 'ਚ ਸੀਮਿਤ ਕਰਤਾ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਸਾਰਾ ਹੀ ਖੋਲ੍ਹਤਾ। ਫਿਰ ਉਹਨਾਂ ਨੇ ਹੋਰ ਵੀ ਸੌਖਾ ਕਰਕੇ ਸਮਝਾਇਆ। ਸੋ ਇੱਕੋ ਇੱਕ ਸ਼ਬਦ ਗੁਰਬਾਣੀ ਅੰਦਰ ਬਹੁਤ ਵਾਰੀ ਆਇਆ। ਆਪਾਂ ਪਹਿਲਾਂ ਵੀ ਇਹ ਸ਼ਬਦ ਬਾਰੇ ਵਿਚਾਰ ਕੀਤੀ ਸੀ। ਆਪਾਂ ਥੋੜ੍ਹੇ ਸ਼ਬਦ ਹੋਰ ਦੇਖ ਲੈਂਦੇ ਹਾਂ। 422 ਅੰਗ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ ਇੱਕੋ ਇੱਕ, ਵੀ ਕਿਤੇ ਕੋਈ ਕੱਲ੍ਹ ਨੂੰ ਇਹ ਕਹਿ ਵੀ ਤੂੰ ਆਪਣੇ ਕੋਲੋਂ ਹੀ ਕਹਿਤਾ ਵੀ ਇੱਕੋ ਕਵਾਓ ਹੈ। ਇੱਕੋ ਸ਼ਬਦ ਇਕੱਠਾ ਦੇ ਨਾਲ ਕੱਕੇ ਨੂੰ ਔਂਕੜ ਇਕੱਠਾ ਬੋਲੂਗਾ, ਇੱਕੋ ਕਵਾਓ, ਇੱਕੋ ਇੱਕ। ਜਿਵੇਂ ਪਾਤਸ਼ਾਹ ਕਹਿੰਦੇ ਆ ਸਭ ਇੱਕੋ ਇੱਕ ਵਰਤਦਾ, ਅਲੱਖ ਨਾ ਲਿਖਿਆ ਜਾਏ। ਕਹਿੰਦੇ ਸਭ ਇੱਕੋ ਇੱਕ ਵਰਤਦਾ, ਇੱਕੋ ਹੀ ਇੱਕ ਹੁਕਮ ਹੀ ਵਰਤਦਾ। ਪਰ ਹੁਣ ਇੱਕੋ ਇੱਕ ਕਿਉਂ ਲਿਖਿਆ? ਕਿਉਂਕਿ ਉਹ ਜਿੰਨੇ ਸੱਚਖੰਡ ਵਿੱਚ ਨੇ ਉੱਥੇ ਪਤਾ ਨਹੀਂ ਕਿੰਨੇ ਕੁ ਨੇ, ਉਹ ਸਾਰੇ ਇੱਕੋ ਜਿਹੇ ਨੇ। ਉਹਨਾਂ ਸਾਰੇ ਇੱਕੋ ਜਿਹਾਂ ਦੀ ਇੱਛਾ ਇੱਕ ਹੈ। ਜਿਵੇਂ 10 ਬੰਦੇ ਇਕੱਠੇ ਖੜ ਕੇ ਗਾਉਂਦੇ ਹੋਣ, ਹੁਣ ਗਾਉਂਦੇ ਹੋ ਇੱਕੋ ਹੀ ਸ਼ਬਦ ਨੇ ਜਾਂ ਇੱਕੋ ਹੀ ਗੀਤ ਗਾ ਰਹੇ ਨੇ, ਗਾਉਣ ਵਾਲੇ 10 ਨੇ, ਉਹਨਾਂ ਦੀ ਆਵਾਜ਼ ਇੱਕ ਹੈ, ਪਰ ਉਹ ਗਰੁੱਪ ਹੈ। 10 ਬੰਦਿਆਂ ਦਾ ਗਰੁੱਪ ਹੈ, ਉਹ ਗਾ ਇੱਕੋ ਹੀ ਕਰ ਰਹੇ। ਇਸੇ ਤਰ੍ਹਾਂ ਸੱਚਖੰਡ ਅਰਬਾਂ ਖਰਬਾਂ ਜੋਤਾਂ ਦਾ ਇੱਕ ਗਰੁੱਪ ਹੈ, ਇੱਕ ਸਮੂਹ ਹੈ। ਉਹਨਾਂ ਦੇ ਜਿਹੜਾ ਗਾਉਣਾ ਉਹ ਇੱਕੋ ਹੀ ਹੈ। ਉਹ ਤਾਂ ਪਾਸੇ ਲਿਖਿਆ ਸਭ ਇੱਕੋ ਇੱਕ ਵਰਤਦਾ। ਉਹ ਸਾਡੇ ਅੰਦਰ ਵੀ ਹੈਗੀ ਜੋਤ, ਉਹ ਸਾਨੂੰ ਵੀ, ਅਸੀਂ ਵੀ ਉਸੇ ਹੁਕਮ 'ਚ ਗਾਉਂਦੇ ਹਾਂ।
ਪਰ ਸਿਰਫ ਸਾਡੇ ਕੋਲ ਇੰਨਾ ਕੁ ਫਰਕ ਆ, ਸਾਡੀ ਸੁਰ ਭੰਗ ਹੈ। ਹੁਣ ਜਿਹੜੀ ਜੋਤ ਦੀ ਸੁਰ ਭੰਗ ਹੋਈ ਉਸ ਸ਼ਬਦ ਤੋਂ, ਭਵ ਸਾਗਰ ਵਿੱਚ ਹੈ। ਕਹੋ ਨਾਨਕ ਮਨ ਤਨ ਭੰਗ ਹੈ। ਨਾਨਕ ਜੀ ਕਹਿੰਦੇ ਜਿਹਦਾ ਮਨ ਤਨ ਚੋਂ ਭੰਗ ਹੋਇਆ ਉਹਨੂੰ ਬਾਹਰ ਕੱਢਤਾ, ਜਾਓ ਜੀ ਤੁਸੀਂ ਆਪਣੀ ਸੁਰ ਠੀਕ ਕਰੋ। ਉਹ ਹੁਣ ਸੁਰ ਅਸੀਂ ਇੱਥੇ ਆ ਕੇ ਠੀਕ ਕਰਨੀ ਹੈ, ਉਸੇ ਗਰੁੱਪ ਨਾਲ ਦੁਬਾਰਾ ਸੁਰ ਰਲਾਉਣੀ ਹੈ। ਜਿਵੇਂ 10 ਬੰਦਿਆਂ ਦਾ ਗਰੁੱਪ ਸਟੇਜ 'ਤੇ ਖੜਾ ਗਾਉਂਦਾ ਅਤੇ ਆਪਾਂ ਥੱਲੇ ਬੈਠੇ ਹੋਈਏ ਸਟੇਜ ਤੋਂ, ਅਤੇ ਆਪਾਂ ਵੀ ਐਕੂਰੇਟ ਉਸੇ ਤਰੀਕੇ ਨਾਲ ਹੀ ਗਾਉਣ ਲੱਗ ਜਾਈਏ, ਫਿਰ ਆਪਣੀ ਤਾਂ ਵੀ ਸੁਰ ਉਹਨਾਂ ਨਾਲ ਰਲੀ ਜਾਣੀ ਹੈ, ਸਾਡੀ ਆਵਾਜ਼ ਵੀ ਉਹਨਾਂ ਨਾਲ ਰਲ ਜਾਣੀ ਹੈ। ਇੰਝ ਸਮਝ ਲਓ ਵੀ ਜਿਹੜਾ ਸੱਚਖੰਡ ਆ ਉਹ ਸਟੇਜ ਹੈ, ਆਪਾਂ ਥੱਲੇ ਬੈਠੇ, ਅਤੇ ਜੇ ਆਪਾਂ ਵੀ ਉਸੇ ਸਟੇਜ ਵਾਲੇ ਹੁਕਮ ਦੇ ਨਾਲ ਹੀ ਆਪਾਂ ਵੀ ਗਾਉਣ ਲੱਗ ਜਾਈਏ ਤਾਂ ਆਪਣਾ ਵੀ ਉਹਨਾਂ ਨਾਲ ਹੀ ਸੰਬੰਧ ਪੈਦਾ ਹੋ ਜਾਣਾ। ਸ਼ਬਦ ਤਾਂ ਆਪਾਂ ਨੂੰ ਸੁਣਦੇ ਹੀ ਆਓ, ਪਰ ਆਪਣੀ ਸੁਰ ਨਹੀਂ ਰਲਦੀ, ਆਵਾਜ਼ ਹੀ ਰਲਦੀ। ਜਿੱਦਣ ਆਪਣੀ ਆਵਾਜ਼ ਰਲਣ ਲੱਗ ਗਈ ਉਹਨਾਂ ਨਾਲ ਆਪਾਂ ਵੀ ਉਹਨਾਂ ਵਰਗੇ ਬਣ ਜਾਣਾ। ਤਾਂ ਪਾਤਸ਼ਾਹ ਨੇ ਲਿਖਿਆ ਸਭ ਇੱਕੋ ਇੱਕ ਵਰਤ ਦਾ, ਵਰਤ ਰਿਹਾ ਪ੍ਰੈਜੈਂਟ ਕੰਟੀਨਿਊ ਹੈ, ਅਲੱਖ ਨਾ ਲਿਖਿਆ ਜਾਏ। ਪਰ ਕਹਿੰਦੇ ਉਹ ਲਿਖਿਆ ਨਹੀਂ ਜਾ ਸਕਦਾ, ਉਹ ਅਲੱਖ ਹੈ। ਉਹ ਕਿੱਥੋਂ ਹੁਕਮ ਪ੍ਰਗਟ ਹੁੰਦਾ, ਉਹ ਧੁਨ ਕਿੱਥੋਂ ਪੈਦਾ ਹੁੰਦੀ ਹੈ, ਉਹ ਨਹੀਂ ਕਹਿੰਦੇ ਕੋਈ ਦੱਸ ਸਕਦਾ। ਬਸ ਜਦੋਂ ਧੁਨ ਬਾਹਰ ਆ ਗਈ ਫਿਰ ਕੋਈ ਦੱਸਿਆ ਜਾ ਸਕਦਾ, ਪਰ ਜਦੋਂ ਧੁਨ ਹਿਰਦੇ 'ਚੋਂ ਉੱਠ ਰਹੀ ਹੈ ਉਹਦਾ ਕਿਸੇ ਨੂੰ ਕੁਛ ਨਹੀਂ ਪਤਾ। ਅੰਗ 37 ਉੱਪਰ ਵੀ ਪਾਤਸ਼ਾਹ ਕਹਿੰਦੇ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ। ਹੁਣ ਇੱਥੇ ਵੀ ਇੱਕੋ ਇੱਕ ਹੈ ਕਿ ਸਦਾ ਸਦਾ ਕੰਟੀਨਿਊ, ਲਗਾਤਾਰ ਹੀ ਦਿਨ ਰਹਿਣ, ਭਾਵੇਂ ਮਾਇਆ ਹੈ ਭਾਵੇਂ ਨਹੀਂ ਹੈ, ਇੱਕੋ ਇੱਕ ਧਿਆਏ। ਇੱਕੋ ਇੱਕ ਹੁਕਮ ਦਾ ਹੀ ਪਸਾਰਾ ਰਹਿਣਾ। ਹੁਕਮ ਨਾਲ ਹੀ ਸਾਰਾ ਕੁਝ ਹੁੰਦਾ, ਹੁਕਮ ਨਾਲ ਹੀ ਰਾਤ ਪੈਦਾ ਹੁੰਦੀ ਹੈ, ਹੁਕਮ ਨਾਲ ਹੀ ਦਿਨ ਪੈਦਾ ਹੁੰਦਾ, ਹੁਕਮ ਨਾਲ ਹੀ ਸੋਝੀ ਆਉਂਦੀ ਹੈ, ਹੁਕਮ ਨਾਲ ਹੀ ਭਰਮ ਪੈਦਾ ਹੁੰਦਾ। ਇੱਕ ਹੁਕਮ ਭਰਮ ਭੁਲਾਉਂਦਾ, ਇੱਕ ਭਗਤੀ ਲਾਉਂਦਾ। ਹੁਕਮ ਇੱਕੋ ਹੀ ਹੈ, ਹੁਕਮ ਦੋ ਨਹੀਂ ਹੈ, ਪਰ ਦੂਜੀ ਇੱਛਾ ਸਾਡੀ ਹੈ। ਹੁਕਮ ਕੀਏ ਮਨ ਭਾਵਦੇ, ਉਹ ਸਾਡੀ ਇੱਛਾ, ਉਹ ਸਾਡਾ ਹੁਕਮ ਹੈ ਕਿ ਅਸੀਂ ਇਸ ਹੁਕਮ ਦੇ ਅਨੁਸਾਰ ਹੀ ਨਹੀਂ ਚੱਲਣਾ। ਅਸੀਂ ਆਤਮਾ ਕਰਕੇ ਪਰਮੇਸ਼ਰ ਦੇ ਹੁਕਮ ਦਾ ਵਿਰੋਧ ਕਰਦੇ ਹਾਂ, ਸਰੀਰ ਕਰਕੇ ਨਹੀਂ ਕਰ ਸਕਦੇ। ਸਰੀਰ ਕਰਕੇ ਹੁਕਮ ਸਾਡੇ 'ਤੇ ਵਰਤੀ ਜਾਣਾ, ਆਤਮਿਕ ਤੌਰ 'ਤੇ ਅਸੀਂ ਉਹਦਾ ਵਿਰੋਧ ਕਰ ਦਿੰਦੇ ਵੀ ਨਹੀਂ, ਰੱਬ ਨੇ ਆਹ ਮਾੜਾ ਕੀਤਾ, ਇਹ ਨਹੀਂ ਸੀ ਹੋਣਾ ਚਾਹੀਦਾ, ਤਾਂ ਕਹਿਰ ਹੀ ਠਾਲਤਾ। ਉਹ ਅਸੀਂ ਸਰੀਰ ਕਰਕੇ ਆਤਮਿਕ ਤੌਰ 'ਤੇ ਕਹਿ ਸਕਦੇ। ਅੰਗ 961 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ। ਨਾਨਕ ਜੀ ਕਹਿੰਦੇ ਵਰਤੈ ਇੱਕ, ਜਿਹੜੇ ਇੱਕ ਨੇ ਸਾਰੇ ਸੱਚਖੰਡ ਵਿੱਚ, ਇੱਕੋ ਇੱਕ ਤੂੰ। ਕਹਿੰਦੇ ਤੂੰ ਵੀ ਉਹਨਾਂ 'ਚ ਹੀ ਸ਼ਾਮਲ ਹੈ। ਸੱਚਖੰਡ ਵਾਲਿਆਂ ਨਾਲ ਹੀ ਸਾਡਾ ਸੰਬੰਧ ਹੈ, ਹੁਕਮ ਨਾਲ ਹੀ ਸਾਡਾ ਸੰਬੰਧ ਹੈ, ਵਰਤ ਦਾ ਹੁਕਮ ਹੀ ਹੈ। ਸੋ ਸਾਚੇ ਵਾਸਤੇ ਇੱਕ ਵਾਸਤੇ ਇੱਕੋ ਏਕ ਪਛਾਨੈ। ਸੋ ਇੱਕ ਹੈ ਨਾ ਜਿਹੜਾ, ਉਹੀ ਵਾਉ ਹੈ। ਉਹ ਤੋਂ 3 ਭਵਨ ਬਣਾਏ ਗਏ। ਪਵਨ ਤੋਂ ਜਲ ਬਣਿਆ, ਜਲ ਤੋਂ ਫਿਰ ਲੱਖਾਂ ਦਰਿਆਓ ਬਣ ਗਏ। ਜਿਵੇਂ ਪਾਤਸ਼ਾਹ ਨੇ ਆਖਿਆ ਨਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਫਿਰ ਦਰਿਆ ਵੀ ਬਣੇ, ਲੱਖਾਂ ਨਦੀਆਂ ਬਣ ਗਈਆਂ ਪਾਣੀ ਦੀਆਂ, ਪੂਰੀ ਸ੍ਰਿਸ਼ਟੀ ਦੀ ਗੱਲ ਆ ਗਈ ਵਿੱਚ। ਜਿੱਥੇ ਤੱਕ ਹੁਕਮ ਲਾਗੂ ਉੱਥੋਂ ਤੱਕ ਗੁਰਬਾਣੀ ਵੀ ਲਾਗੂ ਹੈ। ਸੋ ਭਾਸ਼ਾ ਸਮਝਣੀ ਤੇ ਸਮਝਾਉਣੀ ਪੈਂਦੀ ਹੈ। ਜਲ ਦੀ ਗੱਲ ਹੈ, ਜਦੋਂ ਗਿਆਨ ਦੀ ਗੱਲ ਆਊਗੀ ਫਿਰ ਕਈ ਤਰ੍ਹਾਂ, ਪਾਣੀ, ਵਾਓ, ਪਾਣੀ ਨੂੰ ਗਿਆਨ ਵੀ ਆਖਿਆ ਗਿਆ। ਵਾਓ, ਗੈਸਾਂ ਕਈ ਤਰ੍ਹਾਂ ਦੀਆਂ ਨੇ, ਅੱਗ ਹੈ, ਕੇਤੇ, ਪਵਨ, ਪਾਣੀ, ਵੈ ਸੰਤਰ। ਧਰਤੀ 'ਤੇ ਤਾਂ 4 ਹੀ ਖਾਣੀਆਂ ਹਨ, 4 ਬਾਣੀਆਂ ਹਨ, ਪਰ ਜਿਸ ਨੂੰ ਹੁਕਮ ਦੀ ਸੋਝੀ ਹੈ ਉਸ ਨੂੰ ਤਾਂ ਪੂਰੀ ਸ੍ਰਿਸ਼ਟੀ ਦਾ ਪਤਾ ਹੈ ਕਿ ਕਿੰਨੀਆਂ ਹੀ ਖਾਣੀਆਂ ਨੇ, ਕਿੰਨੀਆਂ ਕੁ ਬਾਣੀਆਂ ਨੇ। ਕੇਤੀਆ ਖਾਣੀ, ਕੇਤੀਆ ਬਾਣੀ। ਇਹ ਜੋ ਪਸਾਰਾ ਹੈ ਭਾਵੇਂ ਸਮੁੰਦਰ ਲਈ ਸੀਮਤ ਹੈ, ਤਾਂ ਕਹਿ ਦਿੱਤਾ ਪਾਤਸ਼ਾਹ ਨੇ ਕਿ ਭਵ ਸਾਗਰ ਸੁਖ ਸਾਗਰ ਮਾਹੀ, ਪਰ ਸਾਡੇ ਵਾਸਤੇ ਬੇਅੰਤ ਹੈ। ਅਸੀਂ ਭਵ ਸਾਗਰ ਦਾ ਵੀ ਪਾਰ ਨਹੀਂ ਪਾ ਸਕਦੇ, ਅਸੀਂ ਸੰਸਾਰ ਦਾ ਵੀ ਪਾਰ ਨਹੀਂ ਪਾ ਸਕਦੇ, ਅਸੀਂ ਮਾਇਆ ਦਾ ਵੀ ਪਾਰ ਨਹੀਂ ਪਾ ਸਕਦੇ। ਸੋ ਕੁਆਓ ਸ਼ਬਦ ਹੈ ਜਿਹੜਾ, ਉਹ ਸਿਰਫ ਭਾਈ ਗੁਰਦਾਸ ਦੀਆਂ ਵਾਰਾਂ 'ਚ ਆਉਂਦਾ, ਪੂਰੀ ਗੁਰਬਾਣੀ 'ਚ ਨਹੀਂ ਆਉਂਦਾ। ਸੋ ਜਿੰਨੀ ਕੁ ਸੋਝੀ ਗੁਰਬਾਣੀ ਤੋਂ ਆਈ ਹੈ ਉਨੀ ਕੁ ਮੈਂ ਵਿਚਾਰ ਕੀਤੀ ਹੈ।
ਜੇ ਕਿਸੇ ਕੋਲ ਵੱਧ ਸੋਝੀ ਹੋਵੇ ਤਾਂ ਮੈਨੂੰ ਜ਼ਰੂਰ ਸਮਝਾਇਓ ਕਿ ਮੈਂ ਕਿਉਂ ਇਹ ਸ਼ਬਦ ਨੂੰ ਕਵਾਓ ਕਹਿੰਦਾ, ਨਹੀਂ ਕਹਿੰਦਾ ਵਾਓ ਕਹਿੰਦਾ। ਜਿੰਨੀ ਕੁ ਮੇਰੇ ਕੋਲ ਗੁਰ ਕਿਰਪਾ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਜੇ ਤੁਹਾਡੇ ਕਿਸੇ ਗੁਰਮੁਖ ਕੋਲ ਹੋਵੇ ਗੁਰ ਕਿਰਪਾ, ਮੈਨੂੰ ਜ਼ਰੂਰ ਸਮਝਾਵੇ ਕਿ ਜੇ ਤੁਸੀਂ ਇਹਨੂੰ ਕਵਾਓ ਹੀ ਕਹਿੰਦੇ ਹੋ ਤਾਂ ਇਹਦਾ ਮਤਲਬ ਕੀ ਹੈ। ਵਾਓ ਦਾ ਸ਼ਬਦ ਦਾ ਮਤਲਬ ਤੁਹਾਨੂੰ ਮੈਂ ਦੱਸਤਾ ਕਿ ਕੀਤਾ ਪਸਾਓ ਇੱਕੋ ਕਵਾਓ ਹੈ, ਕਿ ਜਿੰਨਾ ਵੀ ਇਹ ਰਚਨਾ, ਜਿੰਨਾ ਵੀ ਇਹ ਪਸਾਰਾ ਇੱਕੋ ਇੱਕ ਵਾਓ ਵਾ ਹੁਕਮ ਤੋਂ ਪੈਦਾ ਹੋਇਆ। ਉਸ ਹੁਕਮ ਦਾ ਹੀ ਇਹ ਸਾਰਾ ਪਸਾਰਾ ਹੈ। ਹੁਣ ਪ੍ਰਚਲਿਤ ਕਵਾਓ ਸ਼ਬਦ ਨੂੰ ਵੀ ਉਹ ਕਹਿੰਦੇ ਬੋਲ ਤੋਂ ਪੈਦਾ ਹੋਇਆ। ਸ਼ਬਦ ਜਿਹੜਾ ਹੁੰਦਾ ਬੋਲ ਨਹੀਂ ਹੁੰਦਾ। ਸੱਚੇ ਪਰਮੇਸ਼ਰ ਕੋਲ ਤਾਂ ਦੇਹੀ ਨਹੀਂ ਹੈ, ਸ਼ਬਦ ਤਾਂ ਦੇਹੀ ਚੋਂ ਬੋਲਿਆ ਜਾਂਦਾ। ਜਿਵੇਂ ਆਪਾਂ ਇਹ ਵੀ ਗੱਲ ਪ੍ਰਚਲਿਤ ਕਰਦੇ ਆ ਨਾ ਵੀ ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਉਹ ਜਿਹੜਾ ਸ਼ਬਦ ਹੈ ਉਹਨੂੰ ਤਾਂ ਸਾਡੀ ਮਨ ਬੁੱਧੀ ਦੀ ਪਕੜ ਤੋਂ ਤਾਂ ਪਰੇ ਹੈ। ਸਾਡੀ ਮਨ ਬੁੱਧੀ ਦੀ ਪਕੜ 'ਚ ਤਾਂ ਆਉਂਦਾ ਹੈ ਜਿਹੜੀ ਗੁਰਬਾਣੀ ਹੈ। ਜਦੋਂ ਅਸੀਂ ਗੁਰਬਾਣੀ ਦੀ ਸੋਝੀ ਮਨ ਬੁੱਧੀ ਪ੍ਰਾਪਤ ਕਰਕੇ ਆਪਣੇ ਮੂਲ 'ਚ ਸਮਾ ਜਾਂਦੇ ਆ, ਉਹ ਜਿਹੜਾ ਸ਼ਬਦ ਗੁਰੂ ਆ ਮੂਲ ਨੂੰ ਸੁਣਦਾ ਹੈ। ਜੇ ਅਸੀਂ ਕਹਿ ਦਾਂਗੇ ਵੀ ਸ਼ਬਦ ਗੁਰੂ, ਸਾਡਾ ਵੀ ਸ਼ਬਦ ਗੁਰੂ ਹੀ ਹੈ, ਤਾਂ ਫਿਰ ਤਾਂ ਸਾਡੀ ਅਵਸਥਾ ਗੁਰੂ ਨਾਨਕ ਵਾਲੀ ਹੋਊਗੀ। ਸਾਡਾ ਅੱਜ ਸਾਡਾ ਗੁਰੂ ਸ਼ਬਦ ਨਹੀਂ ਹੈ, ਸ਼ਬਦ ਨਹੀਂ ਹੈ। ਅੱਜ ਸਾਡਾ ਗੁਰ ਹੈ, ਗੁਰ ਹੈ ਸਾਡੇ ਕੋਲ। ਅੱਜ ਸਾਡੇ ਕੋਲ ਉਪਦੇਸ਼ ਹੈ। ਅਸੀਂ ਵੀ ਕਹੀ ਜਾਂਦੇ ਵੀ ਸਾਡਾ ਸ਼ਬਦ ਗੁਰੂ ਹੈ ਜੀ, ਸਾਡਾ ਨਹੀਂ ਸ਼ਬਦ ਗੁਰੂ ਹੈ, ਸਾਡਾ ਗੁਰ ਉਪਦੇਸ਼ ਹੈ। ਸਾਡੇ ਕੋਲ ਆ ਗੁਰ ਸ਼ਬਦ ਹੈ। ਸਾਨੂੰ ਗੁਰਬਾਣੀ ਸਤ ਸਤ ਕਰ ਮੰਨਣ ਦੀ ਆਗਿਆ ਹੈ। ਜਦੋਂ ਅਸੀਂ ਗੁਰਬਾਣੀ ਦੀ ਗੱਲ ਨੂੰ ਪੂਰੀ ਐਕੂਰੇਟ ਸਹੀ ਮੰਨ ਕੇ ਆਪਣੇ ਮਨ 'ਤੇ ਲਾਗੂ ਕਰਾਂਗੇ, ਉਸ ਤੋਂ ਬਾਅਦ ਸ਼ਬਦ ਗੁਰੂ ਪ੍ਰਗਟ ਹੋਣਾ ਸਾਡੇ ਅੰਦਰ। ਫਿਰ ਸਾਡੀ ਸੁਰਤ ਕਹੂ ਵੀ ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਹੁਣ ਤਾਂ ਸਾਡੀ ਸੁਰਤ ਇਹ ਗੁਰਬਾਣੀ ਦੇ ਅਨੁਸਾਰ ਚੱਲਣੀ ਚਾਹੀਦੀ। ਇਹ ਵੀ ਬਹੁਤ ਵੱਡੇ ਵੱਡੇ ਭੇਦ ਪਏ ਗੁਰਬਾਣੀ ਦੇ ਅੰਦਰ। ਅਸੀਂ ਸਾਡੀ ਸੁਰਤ ਗੁਰੂ ਨਾਨਕ ਸਾਹਿਬ ਵਰਗੀ ਥੋੜ੍ਹਾ ਹੈ। ਇਹ ਮੇਰੇ ਮਨਾ ਤੇਰੀ ਤਾਂ ਹੈ ਨਹੀਂ ਗੀ, ਫਿਰ ਤੂੰ ਸ਼ਬਦ ਨੂੰ ਗੁਰੂ ਕਿਵੇਂ ਕਹਿ ਦੇਂਗਾ। ਇਹ ਗੱਲ ਠੀਕ ਹੈ ਕਿ ਸ਼ਬਦ ਹੀ ਗੁਰੂ ਹੈ, ਪਰ ਤੇਰੇ ਲਈ ਅੱਜ ਗੁਰ ਹੈ ਪਹਿਲਾਂ ਗੁਰਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ, ਦੇਖ ਤੈਨੂੰ ਗੁਰਬਾਣੀ ਕਹਿ ਕੁਛ, ਤੈਨੂੰ ਬਾਣੀ ਨਹੀਂ ਕੁਛ ਵੀ ਕਹਿ ਰਹੀ। ਬਾਣੀ ਤਾਂ ਤੇਰੀ ਮੰਜ਼ਿਲ ਹੈ, ਤੈਨੂੰ ਗੁਰਬਾਣੀ ਕੁਛ ਆਰਡਰ ਕਰਦੀ ਹੈ। ਗੁਰਬਾਣੀ ਕਹਿ ਸੇਵਕ ਜਨ ਮੰਨੈ, ਤੂੰ ਸੇਵਕ ਬਣ ਕੇ ਇਹਦੀ ਜਾਣਕਾਰੀ ਪ੍ਰਾਪਤ ਕਰਨੀ ਹੈ। ਜਦੋਂ ਤੂੰ ਇਹਦੀ ਜਾਣਕਾਰੀ ਪ੍ਰਾਪਤ ਕਰ ਲਵੇਂਗਾ, ਪੂਰੀ ਤੈਨੂੰ ਸੋਝੀ ਆ ਜੂਗੀ ਗੁਰਬਾਣੀ ਤੋਂ, ਫਿਰ ਪ੍ਰਤੱਖ ਗੁਰੂ ਨਸਤਾਰੇ। ਫਿਰ ਜਿਹੜੀ ਬਾਣੀ ਗੁਰੂ ਆ ਉਹਨੇ ਫਿਰ ਪ੍ਰਤੱਖ ਹੋਣਾ। ਪਰ ਤੂੰ ਤਾਂ ਇਹਨੂੰ ਹੀ ਬਾਣੀ ਮੰਨੀ ਜਾਂਦਾ, ਤੂੰ ਤਾਂ ਇਹਨੂੰ ਹੀ ਗੁਰੂ ਮੰਨੀ ਜਾਂਦਾ, ਫਿਰ ਤਾਂ ਤੂੰ ਅਸਲੀ ਗੁਰੂ ਤੋਂ ਵਾਂਝਾ ਰਹਿ ਜਾਏਗਾ। ਇਹ ਗੁਰਬਾਣੀ ਹੈ, ਇਹ ਗੁਰ ਹੈ। ਇਹਦੇ ਦੁਆਰਾ ਹੀ ਤੂੰ ਮਾਇਆ ਚੋਂ ਬਾਹਰ ਨਿਕਲ ਸਕਦਾ, ਹੋਰ ਕੋਈ ਸਾਧਨ ਨਹੀਂ। ਗੁਰਬਾਣੀ ਸਿਰਫ ਮਨ ਨੂੰ ਮਾਇਆ ਚੋਂ ਬਾਹਰ ਲਿਜਾ ਸਕਦੀ ਹੈ। ਮਾਇਆ ਤੋਂ ਬਾਹਰ ਜਦੋਂ ਜੋਤ ਜਾਂਦੀ ਹੈ, ਫਿਰ ਜਿਹੜਾ ਕਰਾਮਾਤ ਵਰਤਣੀ ਹੈ, ਜੋ ਸਾਰੇ ਬ੍ਰਹਿਮੰਡਾਂ ਦੀ ਸੋਝੀ ਆਉਣੀ ਹੈ, ਉਹ ਬਾਣੀ ਨਾਲ ਆਉਂਦੀ ਹੈ। ਉਹ ਹੈ ਪ੍ਰਤੱਖ ਗੁਰੂ, ਉਹ ਪ੍ਰਤੱਖ ਹੋ ਜਾਂਦਾ। ਫਿਰ ਉਹ ਨਿਸਤਾਰੇ ਹੈ, ਉਹ ਉਤਾਰਦਾ ਸਾਰੇ ਭਰਮ ਨੂੰ ਦੂਰ ਉਹ ਕਰਦਾ। ਉਹ ਹੈ ਗੁਰ ਪ੍ਰਸਾਦ ਭਰਮ ਕਾ ਨਾਸ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਬਾਕੀ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।